ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੀ ਰਚਨਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਸ਼ੋਭਾਮ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜੀਵਤ ਮਰੈ ਪੁੱਜੈ ਪ੍ਰਭ ਸੋਇ। ਇਹ ਭਾਈ ਜੋ ਜੀਵਤ ਭਾਵ ਵੱਲੋਂ ਮਰ ਜਾਂਦਾ ਹੈ ਜਾਂ ਜੋ ਜਿਉਂਦੇ ਹੀ ਸੰਸਾਰ ਵੱਲੋਂ ਮਰ ਜਾਂਦਾ ਹੈ ਉਹ ਪਰਮੇਸ਼ਰ ਨੂੰ ਸਮਝ ਲੈਂਦਾ ਹੈ। ਤਿਸ ਜਨ ਕਰਮ ਪ੍ਰਾਪਤ ਹੋਇ। ਉਸ ਪੁਰਸ਼ ਨੂੰ ਹੀ ਪਰਮੇਸ਼ਰ ਦੀ ਕਰਮ ਕਹੀਏ ਕਿਰਪਾ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜਾਂ ਉਸ ਪੁਰਸ਼ ਨੂੰ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਸਾਜਨ ਯੋ ਦੁਤਰ ਤਰੀਆ। ਇਹ ਸਾਜਨ ਮਿੱਤਰ ਸੁਣ ਕਰ ਇੰਜ ਕਠਿਨਾਈ ਨਾਲ ਪਾਰ ਹੋਣ ਵਾਲਾ ਸੰਸਾਰ ਸਮੁੰਦਰ ਤਰ ਜਾਈਦਾ ਹੈ। ਮਿਲ ਸਾਧੂ ਹਰ ਨਾਮ ਉਚਰੀਆ। ਸ੍ਰੇਸ਼ਟ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰੀਏ ਭਾਈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਏਕ ਬਿਨਾ ਦੂਜਾ ਨਹੀਂ ਜਾਣੈ। ਜੋ ਜੀਵ ਜਾਣੈ, ਜੋ ਜੀਵ ਇੱਕ ਪਰਮੇਸ਼ਰ ਤੋਂ ਬਿਨਾ ਦੂਜਾ ਹੋਰ ਕਿਸੇ ਦੇਵੀ ਦੇਵਤੇ ਨੂੰ ਆਪਣਾ ਸਹਾਰਾ ਨਹੀਂ ਜਾਣਦਾ। ਘਾਟ ਘਾਟ ਅੰਤਰ ਬ੍ਰਹਮ ਪਛਾਨੈ। ਪਾਰ ਬ੍ਰਹਮ ਅਤੇ ਚਾਰ ਖਾਣੀਆਂ ਦੇ ਘਟਾਂ ਘਟਾਂ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਨੂੰ ਹੀ ਪਹਿਚਾਣਦਾ ਹੈ। ਜੋ ਕਿਛ ਕਰੈ ਸੋਈ ਭਲ ਮਾਨੈ। ਜੋ ਕੁਝ ਵੀ ਪਰਮੇਸ਼ਰ ਕਰਦਾ ਉਹ ਭਲਾ ਚੰਗਾ ਕਰਕੇ ਮੰਨਣਾ ਕਰਦਾ ਹੈ। ਆਦ ਅੰਤ ਕੀ ਕੀਮਤ ਜਾਣੈ। ਉਹ ਜਗਤ ਦੇ ਆਦ ਵਿੱਚ ਅਧਿਸ਼ਠਾਨ ਰੂਪ, ਮੱਧ ਵਿੱਚ ਵਿਆਪਕ ਤੇ ਅੰਤ ਵਿੱਚ ਸਿਧਾਂਤ ਰੂਪ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਜਾਣ ਲੈਂਦਾ ਹੈ। ਕਹੋ ਨਾਨਕ ਤਿਸ ਜਨ ਬਲਿਹਾਰੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਅਸੀਂ ਉਸ ਪੁਰਸ਼ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਕਾ ਹਿਰਦੈ ਵਸਹਿ ਮੁਰਾਰੀ। ਜਿਸ ਦੇ ਹਿਰਦੇ ਵਿੱਚ ਮਨ ਦੇ ਵਿੱਚ ਮੁਰਾਰੀ ਪਰਮੇਸ਼ਰ ਸਾਖਸ਼ਾਤ ਹੋ ਕੇ ਵਸ ਜਾਂਦਾ ਹੈ। ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਮ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਗੁਰ ਪਰਮੇਸ਼ਰ ਕਰਨੈ ਹਾਰ। ਇਹ ਭਾਈ ਗੁਰੂ ਸਾਹਿਬ ਜੀ ਅਤੇ ਪਰਮੇਸ਼ਰ ਪਰਮਾਤਮਾ ਸਭ ਕੁਝ ਕਰਨ ਵਾਲੇ ਹਨ। ਜਾਂ ਪਰਮੇਸ਼ਰ ਸਰੂਪ ਸਤਿਗੁਰੂ ਜੀ ਅਤੇ ਚੇਤਨ ਸਰੂਪ ਪਰਮੇਸ਼ਰ ਸਭ ਕੁਝ ਕਰਨ ਵਾਲਾ ਹੈ। ਸਾਗਲ ਸ੍ਰਿਸ਼ਟ ਕਉ ਦੇ ਆਧਾਰ। ਸਾਰੀ ਦੁਨੀਆ ਨੂੰ ਨਾਮ ਦਾ ਰੋਜੀ ਆਦਿਕ ਦਾ ਆਸਰਾ ਦੇਣ ਵਾਲਾ ਹੈ। ਗੁਰ ਕੇ ਚਰਨ ਕਮਲ ਮਨ ਧਿਆਇ। ਗੁਰੂ ਸਾਹਿਬ ਜੀ ਦੇ ਚਰਨ ਕਮਲ ਮਨ ਹਿਰਦੇ ਵਿੱਚ ਧਿਆਨ ਕਰਕੇ ਦੁਖ ਦਰਦ ਇਸ ਤਨ ਤੇ ਜਾਇ। ਪ੍ਰਤੱਖ ਅਨੇਕਾਂ ਪ੍ਰਕਾਰ ਦੇ ਦੁੱਖ ਅਤੇ ਦਰਦ ਪੀੜਾ ਆਦਿਕ ਇਹ ਸਰੀਰ ਤੋਂ ਚਲੀ ਜਾਵੇਗੀ। ਜਿਹੜਾ ਵੀ ਮਹਾਰਾਜ ਦੇ ਚਰਨ ਕਮਲਾਂ ਨੂੰ ਮਨ ਕਰਕੇ ਧਿਆਊਗਾ, ਹਿਰਦੇ ਵਿੱਚ ਧਿਆਏਗਾ, ਇਹ ਸਰੀਰ ਦਾ ਜੰਮਣ ਮਰਨ ਦਾ ਦੁੱਖ
ਅਤੇ ਵਿਦਿਆਦਿਕ ਦੀਆਂ ਦਰਦਾਂ ਉਹਨਾਂ ਦੀਆਂ ਚਲੀਆਂ ਜਾਣਗੀਆਂ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਭਾਵ ਜਲ ਡੂਬਤ ਸਤਿਗੁਰ ਕਾਢੈ। ਸੰਸਾਰ ਸਮੁੰਦਰ ਵਿੱਚ ਡੁੱਬਦੇ ਜੀਵਾਂ ਨੂੰ ਸਤਿਗੁਰੂ ਸਾਹਿਬ ਜੀ ਨਾਮ ਦੇ ਜਹਾਜ਼ ਤੇ ਚੜਾ ਕੇ ਬਾਹਰ ਮੁਕਤੀ ਰੂਪ ਕਿਨਾਰੇ ਤੇ ਕੱਢਦੇ ਹਨ। ਜਨਮ ਜਨਮ ਕਾ ਟੂਟਾ ਗਾਢੈ। ਜਨਮਾਂ ਜਨਮਾਤਰਾਂ ਦਾ ਵਿਛੜਿਆ ਹੋਇਆ ਜੀਵ ਜਨਮਾਂ ਜਨਮਾਤਰਾਂ ਦਾ ਪਰਮੇਸ਼ਰ ਦੀ ਲਿਵ ਨਾਲੋਂ ਟੁੱਟਾ ਹੋਇਆ ਮਨ ਪਰਮੇਸ਼ਰ ਦੇ ਨਾਲ ਗੰਢ ਦਿੰਦੇ ਭਾਵ ਮੇਲ ਦਿੰਦੇ ਹਨ। ਗੁਰ ਕੀ ਸੇਵਾ ਕਰਹੁ ਦਿਨ ਰਾਤ। ਇਹ ਭਾਈ ਇਸ ਕਰਕੇ ਸਤਿਗੁਰੂ ਜੀ ਦੀ ਸੇਵਾ ਟਹਿਲ ਭਗਤੀ ਦਿਨ ਅਤੇ ਰਾਤ ਕਰਨਾ ਕਰੋ। ਸੇਵਾ ਕਰਨ ਲੱਗਿਆਂ ਦਿਨ ਨਾ ਵੇਖੋ ਰਾਤ ਨਾ ਵੇਖੋ। ਜਦੋਂ ਤੁਹਾਡਾ ਦਿਲ ਕਰਦਾ ਹੈ ਜਦੋਂ ਵੀ ਸਮਾਂ ਮਿਲਦਾ ਹੈ ਬਸ ਉਸੇ ਵਕਤ ਸੇਵਾ ਸ਼ੁਰੂ ਕਰ ਦਿਓ। ਸੁਖ ਸਹਿਜ ਮਨ ਆਵੈ ਸ਼ਾਂਤ। ਇਸ ਕਰਕੇ ਸੁਖ ਸਹਿਜ ਗਿਆਨ ਤੇ ਹਿਰਦੇ ਵਿੱਚ ਸ਼ਾਂਤੀ ਆ ਜਾਵੇਗੀ। ਸੇਵਾ ਕਰਕੇ ਤਾਂ ਸ਼ਾਂਤੀ ਆਉਣੀ ਹੈ। ਤੁਸੀਂ ਆਪਦੇ ਘਰ ਦਾ ਕੰਮ ਕਰਕੇ ਵੇਖਿਓ। ਬਹੁਤਾ ਦੂਰ ਨਾ ਜਾਈਏ ਜਿੱਥੇ ਪ੍ਰਸ਼ਾਦਾ ਛਕੀਦਾ ਉਹ ਟੇਬਲ ਹੀ ਕਿਤੇ ਸਾਫ਼ ਕਰਕੇ ਦੇਖਿਓ। ਜਿਸ ਬਾਰੀ ਥਾਣੀ ਬਾਹਰ ਵੇਖੀਦਾ ਹੈ ਉਹ ਸ਼ੀਸ਼ੇ ਰੋਸ਼ਨੀ ਵਾਲੇ ਸਾਫ਼ ਕਰਕੇ ਦੇਖਿਓ। ਇਉਂ ਘਰ ਦਾ ਕੋਈ ਵੀ ਕੰਮ ਕਰਕੇ ਵੇਖਿਓ ਤੁਹਾਡਾ ਮਨ ਉਸ ਦਿਨ ਬਹੁਤ ਪ੍ਰਸੰਨ ਹੋਊਗਾ ਕਿ ਅੱਜ ਮੈਂ ਬਹੁਤ ਕੁਝ ਕਰ ਲਿਆ ਹੈ। ਤੋ ਇੰਜ ਸੇਵਾ ਕਰਕੇ ਤਾਂ ਮਨ ਪ੍ਰਸੰਨ ਹੁੰਦਾ ਹੀ ਹੈ। ਘਰ ਦਾ ਕੰਮ ਕਰਕੇ ਵੀ ਮਨ ਖੁਸ਼ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ। ਜੇ ਸੁਖੀ ਰਹਿਣਾ ਚਾਹੁੰਦੇ ਹੋ ਸੋ ਮਹਾਰਾਜ ਦੀ ਸੇਵਾ ਤੋਂ ਸੁਖ ਮਿਲੂਗਾ ਗਿਆਨ ਮਿਲੇਗਾ ਹਿਰਦੇ ਵਿੱਚ ਸ਼ਾਂਤੀ ਆ ਜਾਵੇਗੀ। ਸਤਿਗੁਰ ਕੀ ਰੇਣ ਵਡ ਭਾਗੀ ਪਾਵੈ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਕੋਈ ਵੱਡੇ ਭਾਗਾਂ ਵਾਲਾ ਹੀ ਪਾਉਂਦਾ ਹੈ। ਨਾਨਕ ਗੁਰ ਕਉ ਸਦ ਬਲ ਜਾਵੈ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਇਸ ਲਈ ਮੈਂ ਗੁਰੂ ਸਾਹਿਬ ਜੀ ਦੇ ਤਾਈਂ ਸੈਂਕੜੇ ਵਾਰ ਹਮੇਸ਼ਾ ਹੀ ਬਲਿਹਾਰ ਜਾਂਦਾ ਕੁਰਬਾਨ ਜਾਂਦਾ ਹਾਂ। ਇਹ ਜੋ ਸਾਡਾ ਕੰਮ ਹੈ ਗੁਰਦੁਆਰੇ ਦਾ ਕੰਮ ਇਹ ਚੱਲਦਾ ਹੀ ਸੰਗਤਾਂ ਦੇ ਨਾਲ। ਜੇ ਸੰਗਤਾਂ ਨਹੀਂ ਆਉਣਗੀਆਂ ਤਾਂ ਭਾਂਡੇ ਕੌਣ ਮਾਂਜੂਗਾ। ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਵੀ ਦਿਹਾੜੀ ਟੱਪੇ ਦਾ ਰਿਵਾਜ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਆਪਾਂ ਸੂਟ ਬੂਟ ਪਾ ਕੇ ਤਿਆਰ ਹੋ ਕੇ ਜਾਂਦੇ ਹਾਂ ਅਤੇ ਬਹਿਰੇ ਪੈਸੇ ਵਾਲੇ ਸੇਵਾਦਾਰ ਉੱਥੇ ਖੜ੍ਹੇ ਹੁੰਦੇ ਨੇ ਪਾਣੀ ਤਾਣੀ ਲੈ ਕੇ। ਇੰਜ ਗੁਰਦੁਆਰਿਆਂ ਦਾ ਵੀ ਰਿਵਾਜ ਬਣ ਗਿਆ। ਕੋਈ ਵੀ ਸਮਾਗਮ ਹੈ ਪੁਰਾਣਾ ਟਾਈਮ ਹੁੰਦਾ ਸੀਗਾ ਸਾਰਾ ਪਿੰਡ ਇਕੱਠਾ ਹੋਣਾ ਮਾਈਆਂ ਬੀਬੀਆਂ ਨੇ ਪ੍ਰਸ਼ਾਦੇ ਪਕਾਉਣੇ ਭਾਈਆਂ ਨੇ ਸਬਜ਼ੀਆਂ ਭਾਜੀਆਂ ਅਤੇ ਉਹ ਅੱਜ ਕੱਲ੍ਹ ਦਿਹਾੜੀ 'ਤੇ ਹੀ ਕਰ ਲੈਂਦੇ ਨੇ। ਭਾਂਡੇ ਮਾਂਜਣ ਵਾਲੀ ਵੱਖਰੀ ਰੋਟੀਆਂ ਪਕਾਉਣ ਵਾਲੀ ਵੱਖਰੀ। ਸੇਵਾ ਦਾ ਰੁਝਾਨ ਘੱਟ ਗਿਆ ਹੈ। ਇਸ ਲਈ ਗੁਰੂ ਘਰ ਦਾ ਜਿਹੜਾ ਕਾਰਜ ਹੈ ਉਹ ਦਿਹਾੜੀ ਵਾਲਿਆਂ ਨਾਲ ਨਹੀਂ ਗੱਲ ਬਣਦੀ। ਪਿਆਰ ਸ਼ਰਧਾ ਸੇਵਾ ਵਾਲੇ ਹੋਣ ਅਤੇ ਤਾਂ ਹੀ ਗੁਰੂ ਮਹਾਰਾਜ ਜੀ ਦੀ ਸੰਪੂਰਨ ਸੇਵਾ ਹੋ ਸਕਦੀ ਹੈ। ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਇਸ ਲਈ ਸੰਗਤ ਇਹ ਨਾ ਸੋਚੇ ਵੀ ਆਪਾਂ ਘਰ ਬੈਠੇ ਨਿਤਨੇਮ ਕਰ ਲੈਂਦੇ ਹਾਂ ਜਾਂ ਸਾਨੂੰ ਤਾਂ ਕਥਾ ਆਉਂਦੀ ਹੈ ਗੁਰਦੁਆਰੇ ਜਾ ਕੇ ਸੁਣਨ ਦੀ ਕੀ ਲੋੜ ਹੈ। ਸੰਗਤ ਤੋਂ ਬਗੈਰ ਇੱਥੇ ਰੌਣਕ ਕੌਣ ਲਾਊਗਾ। ਇੰਨੀ ਸੇਵਾ ਹੈ ਇੱਟਾਂ ਰੋੜਿਆਂ ਦੀ ਵੱਖਰੀ ਹੈ ਲੰਗਰ ਪਾਣੀ ਦੀ ਵੱਖਰੀ ਹੈ
ਉਹ ਕੌਣ ਨਿਭਾਏਗਾ। ਜੇ ਸੰਗਤ ਆਖੇ ਵੀ ਸਾਨੂੰ ਜ਼ਰੂਰਤ ਨਹੀਂ, ਤਾਂ ਇਸ ਲਈ ਕਿਸੇ ਪ੍ਰਚਾਰਕ ਦੇ ਮਗਰ ਲੱਗ ਕੇ ਵੀ ਜੇ ਧਾਰਨ ਨਹੀਂ ਕੀਤਾ ਤਾਂ ਗੁਰੂ ਘਰ ਆਉਣ ਦਾ ਕੋਈ ਫਾਇਦਾ ਨਹੀਂ। ਗੁਰੂ ਘਰ ਆਉਣੋਂ ਨਹੀਂ ਹਟਣਾ ਚਾਹੀਦਾ। ਸਤਿਗੁਰੂ ਮਹਾਰਾਜ ਆਪ ਹੀ ਕਿਰਪਾ ਕਰਦਾ ਹੈ। ਸਤਿਗੁਰੂ ਦੇ ਚਰਨਾਂ ਦੀ ਧੂੜੀ ਘਰ ਬੈਠਿਆਂ ਤਾਂ ਨਹੀਂ ਮਿਲਣੀ, ਗੁਰਦੁਆਰੇ ਆਵਾਂਗੇ ਤਾਂ ਹੀ ਮਿਲੂਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਧੂੜੀ ਸੰਗਤ ਦੇ ਚਰਨਾਂ ਦੀ ਧੂੜੀ ਹੈ। ਨਿਤਨੇਮ ਤਾਂ ਆਪਾਂ ਕਰ ਲਾਂਗੇ, ਕਥਾ ਵੀ ਸੁਣ ਲਾਂਗੇ, ਸਿਮਰਨ ਵੀ ਕਰ ਲਾਂਗੇ, ਪਰ ਜਿਹੜੀ ਸੇਵਾ ਹੈ ਇਹ ਗੁਰੂ ਘਰ ਆਉਣ ਤੋਂ ਬਗੈਰ ਕਿਵੇਂ ਕਰ ਪਾਵਾਂਗੇ। ਤੇ ਮਹਾਰਾਜ ਦੇ ਚਰਨਾਂ ਦੀ ਧੂੜੀ ਘਰ ਬੈਠਿਆਂ ਕਿਵੇਂ ਲਾਂਗੇ, ਜਿਸ ਦੇ ਨਾਲ ਪਿੱਤਰਤਾ ਹੋਣੀ ਹੈ, ਲੇਖ ਮਿਟਣੇ ਨੇ, ਉਹ ਤਾਂ ਗੁਰਦੁਆਰੇ ਆ ਕੇ ਕਿਰਪਾ ਹੋਊਗੀ। ਇਸ ਲਈ ਅੱਜ ਕੱਲ੍ਹ ਸਾਇੰਸ ਦੇ ਭਾਵੇਂ ਬਹੁਤ ਜ਼ਿਆਦਾ ਸਾਧਨ ਹਨ ਕਿ ਆਪਾਂ ਸਭ ਕੁਝ ਘਰ ਬੈਠਿਆਂ ਪ੍ਰਾਪਤ ਕਰ ਸਕਦੇ ਹਾਂ, ਪਰ ਫਿਰ ਵੀ ਸਤਿਗੁਰੂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਨ ਲਈ ਗੁਰੂ ਘਰ ਆਉਣਾ ਜ਼ਰੂਰੀ ਹੈ। ਸੰਗਤ ਦੇ ਵਿੱਚ ਬੈਠਣਾ ਲਾਜ਼ਮੀ ਹੈ। ਵੱਡੇ ਭਾਗਾਂ ਵਾਲਾ ਹੀ ਇਹਨੂੰ ਪ੍ਰਾਪਤ ਕਰਦਾ ਹੈ। ਐਸੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਨ ਜਿਹੜੇ ਬੇਅੰਤ ਸੰਗਤਾਂ ਦੇ ਤਾਈਂ ਤਾਰ ਰਹੇ ਹਨ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਸੂਹੀ ਮਹਲਾ ਪੰਜਵਾ। ਸੋਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਗੁਰੇ ਆਪਣੇ ਉਪਰ ਬਲ ਜਾਈਐ। ਹੇ ਭਾਈ, ਆਪਣੇ ਗੁਰੂ ਕੌਣ ਨੇ? ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸੱਪਾਂ ਵਾਲਾ ਬਾਬਾ ਗੁੱਗਾ ਪੀਰ ਆਪਣਾ ਨਹੀਂ ਹੈ। ਆ ਭੂਤਾਂ ਪ੍ਰੇਤਾਂ ਵਾਲੇ ਬਾਬੇ ਆਪਣੇ ਨਹੀਂ ਨੇ। ਉਹ ਥੋੜ੍ਹਾ ਜਿਹਾ ਵੀ ਨਾਰਾਜ਼ ਹੋ ਜਾਣ ਤੇ ਗਲਤੀ ਇੱਕ ਦੀ ਹੁੰਦੀ ਹੈ, ਵਕਤ ਸਾਰਿਆਂ ਨੂੰ ਪਾਇਆ ਹੁੰਦਾ। ਇਹੋ ਜਿਹੇ ਲੋਕਾਂ ਤੋਂ ਕੀ ਲੈਣਾ ਆਪਾਂ, ਜਿਹੜੇ ਇੱਕ ਚੁਲੀ ਸਰੋਂ ਦੇ ਤੇਲ ਬਦਲੇ ਤੰਗ ਕਰਦੇ ਨੇ ਵੀ ਮੇਰਾ ਦੀਵਾ ਨਹੀਂ ਜਗਾਇਆ। ਕੋਈ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਕਿਹੜਾ BA ਦੇ MA ਦੇ ਪੇਪਰ ਦੇਣੇ ਨੇ ਵੀ ਦੀਵਾ ਨਹੀਂ ਜਗਾਇਆ ਵੀਰਵਾਰ ਵਾਲੇ ਦਿਨ। ਇਹੋ ਜਿਹੇ ਲੋਕਾਂ ਤੋਂ ਕਿਨਾਰਾ ਕਰੀਏ। ਆਪਣੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹਨ, ਜਿਨ੍ਹਾਂ ਨੇ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ ਨੇ, ਉਹਨਾਂ ਤੋਂ ਬਲਿਹਾਰ ਜਾਈਏ। ਬਲਿਹਾਰ ਦਾ ਮਤਲਬ ਕੀ ਹੈ? ਇਹਦਾ ਭਾਵ ਹੈ ਬਲ ਹਾਰ ਜਾਣਾ, ਆਪਦੇ ਸਰੀਰ ਦਾ ਬਲ ਹਾਰ ਜਾਣਾ, ਵਿਦਿਆ ਦਾ ਬਲ ਹਾਰ ਜਾਣਾ, ਪੈਸੇ ਦਾ ਬਲ ਹਾਰ ਜਾਣਾ। ਮੈਂ ਅਮੀਰ ਹਾਂ, ਮੇਰੇ ਵਿੱਚ ਬਲ ਹੈ, ਮੈਂ ਵਿਦਿਆ ਪੜ੍ਹੀ ਹੈ। ਇਹ ਹੰਕਾਰ ਦਾ ਤਿਆਗ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀ ਪਈਏ। ਇਹ ਮਤਲਬ ਹੈ ਬਲਿਹਾਰ ਜਾਣ ਦਾ। ਆਠ ਪਹਿਰ ਹਾਰ ਹਾਰ ਜਾਸ ਗਾਈਐ। ਅੱਠੇ ਪੈਰ ਭਾਵ ਦਿਨ ਰਾਤ ਗੁਰੂ ਦੁਆਰਾ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਜਸ ਕੀਰਤਨ ਗਾਈਏ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲੱਗੀ ਵਾਰ। ਸਿਮਰੋ ਸੁਪ੍ਰਭ ਆਪਣਾ ਸੁਆਮੀ। ਇਹ ਭਾਈ, ਆਪ ਦਾ ਜਿਹੜਾ ਮਾਲਕ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਸਿਮਰਨ ਕਰੋ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, श्रवण बाणी सो जसपूर राखो, मन सो मद कर करो, चरण हृदय तरो, रसन अमृत राम नाम पाखो। मेरी प्रीत गोबिंद स्यों जिन घटै, मैं तो मोल महगी लई जीए सटै। रहाओ, ये महाराज दा हुक्म है कि आप दे मालिक परमेश्वर दा सिमरन करो। सगल कढ़ा का अंतर जामी, वो सारियां दे दिलां दे अंदर दी गलबात नूं जानन वाला है। रहाओ, विश्राम देकर फरमान करदे ने,
ਚਰਨ ਕਮਲ ਸਿਉ ਲਾਗੀ ਪ੍ਰੀਤ। ਜੋ ਗੁਰੂ ਜੀ ਦੇ ਪੂਜਨੀਕ ਚਰਨ ਕਮਲਾਂ ਦੇ ਨਾਲ ਲਗਨ ਪ੍ਰੀਤੀ ਲੱਗੀ ਹੋਈ ਹੈ। ਸਾਚੀ ਪੂਰਨ ਨਿਰਮਲ ਰੀਤ। ਇਹੀ ਸੱਚੀ ਪੂਰੀ ਉਜਲ ਰੀਤੀ ਹੈ, ਜਾਂ ਇਹੀ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬਹੁਤ ਉਜਲ ਮਰਯਾਦਾ ਹੈ। ਅੰਤ ਪ੍ਰਸਾਦ ਵਸੈ ਮਨ ਮਾਹੀ। ਮਹਾਤਮਾ ਜਨਾਂ ਜਾਂ ਸ਼ਾਂਤ ਚਿਤ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਪਰਮੇਸ਼ਰ ਜਿਸ ਦੇ ਮਨ ਕਹੀਏ ਹਿਰਦੇ ਵਿੱਚ ਆ ਵਸਦਾ ਹੈ। ਜਨਮ ਜਨਮ ਕੇ ਕਿਲ ਵਿਖ ਜਾਹੀ। ਉਸ ਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਬਜਰ ਪਾਪ ਨੇ ਉਹ ਚਲੇ ਜਾਂਦੇ ਹਨ। ਹਰ ਕਿਰਪਾ ਪ੍ਰਭ ਦੀਨ ਦਇਆਲਾ। ਹੇ ਗਰੀਬਾਂ ਦੇ ਦਿਆਲਤਾ ਕਰਨ ਵਾਲੇ ਪਰਮੇਸ਼ਰ ਸਾਡੇ ਦੀ ਕਿਰਪਾ ਕਰ। ਨਾਨਕ ਮਾਗੈ ਸੰਤ ਰਵਾਲਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਅਸੀਂ ਦਾਸ ਸੰਤਾਂ ਮਹਾਤਮਾ ਜਨਾਂ ਜਾਂ ਸ਼ਾਂਤਚਿਤ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ। ਉਹੀ ਮਹਲਾ ਪੰਜਵਾ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਹੀ ਨਹੀਂ ਹੈ, ਕਰਕੇ ਵੀ ਦਿਖਾਇਆ ਹੈ। ਵੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਤਾਂ ਕੋਈ ਭਗਵਾਨ ਨਹੀਂ ਸਾਡੇ ਲਈ। ਉਹਨਾਂ ਵੀ ਸੰਤਾਂ ਦੇ ਚਰਨਾਂ ਦੀ ਧੂੜੀ ਮੰਗੀ ਹੈ। ਅੱਜ ਕੱਲ੍ਹ ਸਾਡੇ ਪ੍ਰਚਾਰਕ ਵੀਰ ਦੋ ਅੱਖਰ ਕੀ ਸਿੱਖ ਲੈਂਦੇ ਦੁਨੀਆ ਨੂੰ ਵਕਤ ਪਾਇਆ ਹੋਇਆ। ਆ ਫੇਸਬੁੱਕ ਤੇ YouTube ਨੇ ਇੰਨਾ ਗਲਤ ਪ੍ਰਚਾਰ ਕੀਤਾ ਹੋਇਆ ਹੈ। ਜਿਹੜਾ ਕੋਈ ਮੇਰੇ ਵਰਗਾ ਉੱਠਦਾ ਚਾਰ ਅੱਖਰ ਬੋਲਣੇ ਆ ਜਾਂਦੇ ਉਹ ਬੋਲਣ ਲੱਗ ਪੈਂਦਾ। ਗੱਲ ਕਿੱਥੋਂ ਸ਼ੁਰੂ ਕਰਦੇ? RSS। ਕੋਈ ਵੀ ਗੱਲ RSS। ਕਿਤੇ ਤੁਸੀਂ ਬਹਿ ਨਹੀਂ ਸਕਦੇ, ਕਿਤੇ ਖਲੋ ਨਹੀਂ ਸਕਦੇ, ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਉਸ ਵੇਲੇ ਫੋਟੋ ਲਾ ਕੇ ਕਹਿਣਗੇ RSS। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜੇ ਅੱਜ ਕੱਲ੍ਹ ਦੇ ਪ੍ਰਚਾਰਕ ਬਾਬੇ ਕਾਲੂ ਨੇ ਭਾਈ ਬਾਲੇ ਦੀ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਨਾਲ ਤੋਰੇ ਹੁੰਦੇ ਤੇ ਜਦੋਂ 20 ਰੁਪਈਆਂ ਦਾ ਚੂੜਕਾਣੇ ਦੀ ਮੰਡੀ ਵਿੱਚੋਂ ਸੌਦਾ ਲੈ ਕੇ ਸਤਿਗੁਰਾਂ ਨੇ ਆਪ ਦੇ ਹੱਥੀਂ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ ਤੇ ਉਹਨਾਂ ਲਿਖ ਕੇ ਪ੍ਰਚਾਰ ਕਰ ਦੇਣਾ ਸੀ ਵੀ ਗੁਰੂ ਨਾਨਕ ਸਾਹਿਬ ਤਾਂ RSS ਨੇ। ਜੇ ਕਿਤੇ ਦਰਬਾਰ ਸਾਹਿਬ ਗੁਰੂ ਅਰਜਨ ਸਾਹਿਬ ਕੋਲ ਆ ਜਾਂਦੇ ਅੱਜ ਕੱਲ੍ਹ ਦੇ ਪ੍ਰਚਾਰਕ ਤੇ ਜਿਹੜੇ ਭੱਟ ਕਾਸ਼ੀ ਤੋਂ ਪੜ੍ਹੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ, ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਸੀਗੀ। ਉਹ ਤਾਂ ਹਿੰਦੂ ਬੰਦੇ ਸੀ, ਸੰਸਕ੍ਰਿਤ ਪੜ੍ਹੇ ਹੋਏ। ਗੁਰਮੁਖੀ ਤਾਂ ਗੁਰੂ ਨਾਨਕ ਸਾਹਿਬ ਨੇ ਪੜ੍ਹਾਈ ਹੈ। ਸਭ ਤੋਂ ਪਹਿਲਾਂ ਗੁਰਬਾਣੀ ਦਾ ਸਟੀਕ ਫਰੀਦਕੋਟ ਵਾਲਾ ਹੈ। ਤੋ ਐਡਾ ਕਮਾਲ ਦਾ ਹੈ, ਸਾਧੂਆਂ ਨੇ ਕੀਤਾ ਹੈ। ਉਹਦੀ ਜਿਹੜੀ ਵਰਡਿੰਗ ਹੈ ਲਿਖਿਆ ਤੇ ਪੰਜਾਬੀ 'ਚ ਹੈ, ਅੱਖਰ ਪੰਜਾਬੀ ਦੇ ਨੇ, ਪਰ ਜਦ ਪੜਾਂਗੇ ਹਮ ਵਹਾਂ ਗਏ ਤੇ ਹਮ ਕਰਤੇ ਹੈ, ਇਸ ਤਰ੍ਹਾਂ ਹਿੰਦੀ ਅੱਖਰ ਨੇ। ਕਿਉਂਕਿ ਸਾਧੂ ਹਿੰਦੂ ਮਹਾਤਮਾ ਉਦਾਸੀ ਸੀਗੇ। ਉਹ ਅੱਜ ਕੱਲ੍ਹ ਦੇ ਵੀਰ ਉਹਨੂੰ ਪੜ੍ਹਦੇ ਮੰਨਦੇ ਨਹੀਂ। ਪ੍ਰੋਫੈਸਰ ਸਾਹਿਬ ਸਿੰਘ ਦੇ ਮਗਰ ਲੱਗੇ ਹੋਏ ਨੇ। ਵਿਆਕਰਨ ਪੂਰੀ ਨਹੀਂ ਟੁੱਕਦੀ ਗੁਰਬਾਣੀ ਦੇ। ਸਾਬ ਸੋ ਤਾਂ ਕੱਲ੍ਹ ਆਇਆ, ਗੁਰਬਾਣੀ ਪਤਾ ਨਹੀਂ 550 ਸਾਲ ਪਹਿਲਾਂ ਦੀ ਹੈ। ਉਹ ਭਲਾ ਵਿਆਕਰਨਾਂ ਕੀ ਤੋਲਦੀ ਉਹ ਇਹਨੂੰ। ਅੱਜ ਕੱਲ੍ਹ ਦੀਆਂ ਲਗਾ ਮਾਤਰਾਂ ਗੁਰਬਾਣੀ ਜੋ ਅੱਜ ਕੱਲ੍ਹ ਦੀ ਬੋਲੀ ਹੈ, ਅਸੀਂ ਕੀ ਸਮਝ ਸਕਦੇ ਹਾਂ। ਇਹ ਜਿਹੜੀ 550 ਸਾਲ ਪਹਿਲਾਂ ਮਹਾਰਾਜ ਨੇ ਉਚਾਰੀ ਹੋਈ ਹੈ। ਤੋ ਫਰੀਦਕੋਟ ਦਾ ਟੀਕਾ ਵੀ RSS ਹੀ ਹੈ। ਜੇ ਕਿਤੇ ਮਹਾਰਾਜ ਦੇ ਕੋਲ ਅੱਜ ਕੱਲ੍ਹ ਦੇ ਪ੍ਰਚਾਰਕ ਹੁੰਦੇ, ਉਹਨਾਂ ਝੱਟ ਅਖਬਾਰ 'ਚ ਸਪੋਕਸਮੈਨ 'ਚ ਖਬਰ ਲਾ ਦੇਣੀ ਸੀ ਵੀ ਗੁਰੂ ਅਰਜਨ ਸਾਹਿਬ RSS। ਮਾਫ਼ ਕਰਨਾ, ਕਿਉਂ? ਵੀ ਭੱਟਾਂ ਦੇ ਸਵਈਏ ਜੋ ਲਿਖੇ ਨੇ। ਜਿੰਨੀ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹ ਸਭ ਸੰਤਾਂ ਮਹਾਤਮਾ ਭਗਤਾਂ ਦੀ ਹੈ
ਤੇ ਉਹਦੇ ਵਿੱਚ ਕਿਸੇ ਇਲਾਕੇ ਦੀ ਕੋਈ ਦਜੈਕ ਨਹੀਂ ਮਹਾਰਾਜ ਨੇ ਕੀਤੀ, ਕਿਸੇ ਦੇ ਧਰਮ ਦੇ ਨਾਮ ਤੇ ਵਿਤਕਰਾ ਨਹੀਂ ਕੀਤਾ। ਜਿਹੜੇ ਰੱਬ ਨੂੰ ਪਹੁੰਚੇ ਹੋਏ ਸਨ ਮਹਾਂਪੁਰਖ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ, ਤੇ ਕਿਸੇ ਨੂੰ ਵੀ ਪੰਜਾਬੀ ਨਹੀਂ ਸੀ ਆਉਂਦੀ। ਤੁਸੀਂ ਦੱਸੋ, ਕਬੀਰ ਜੀ ਦੇ ਜਿਹੜੇ ਜ਼ਿਆਦਾ ਸ਼ਲੋਕ ਨੇ ਉਹ ਹਿੰਦੀ ਦੇ ਵਿੱਚ ਹਨ, ਗੁਰਮੁਖੀ ਦੇ ਵਿੱਚ ਤਾਂ ਹੈ ਹੀ ਬਹੁਤ ਘੱਟ ਨੇ। ਇਹ ਤਾਂ ਉਨੀ ਕੀ ਬਾਣੀ ਮਹਾਰਾਜ ਨੇ ਉਚਾਰੀ, ਉਹਨਾਂ ਕੋਲੋਂ ਦਰਜ ਕਰਵਾਈ ਹੈ ਜਿੰਨੀ ਸੋ ਆਪ ਦੀ ਕਿਰਪਾ ਦੇ ਨਾਲ ਗੁਰਮੁਖੀ ਦੇ ਵਿੱਚ ਸੋ ਉਹਨਾਂ ਕੋਲੋਂ ਉਚਰਵਾਣਾ ਕੀਤੀ ਹੈ। ਹੋਰ ਉਹਨਾਂ ਦੀ ਬਾਣੀ ਬੜੀ ਬਾਹਰ ਹੈ। ਰਵਿਦਾਸ ਭਗਤ ਜੀ ਉਹ ਵੀ ਕਾਂਸ਼ੀ ਦੇ ਸੀਗੇ, ਨਾਮਦੇਵ ਜੀ ਪਤਾ ਨਹੀਂ ਮਹਾਰਾਸ਼ਟਰ ਦੇ ਸਨ। ਹੁਣ ਉੱਥੇ ਬੰਦਾ ਕੀ ਕਹੂਗਾ ਵੀ RSS ਆ ਗਈ ਗੁਰਬਾਣੀ ਦੇ ਵਿੱਚ। ਕੋਈ ਵੀ ਗੱਲ ਹੈ ਜਿਹੜੀ ਸਾਡੇ ਫਿੱਟ ਨਾ ਬੈਠਿਆ ਪਾ ਕਹਿੰਦੇ RSS, ਇੱਕ ਗੱਲ ਹੀ ਬਣਾਈ ਹੋਈ ਆ, ਮਖੌਲ ਬਣਾ ਲਿਆ। ਤੋ ਇਸ ਲਈ ਸਾਧੂ ਸੰਤਾਂ ਦੀ ਨਿੰਦਿਆ ਕਰਦੇ ਨੇ, ਮਹਾਤਮਾ ਦੀਆਂ ਉਹ ਚੁਗਲੀਆਂ ਕਰਦੇ ਨੇ। ਆ ਜਿਹੜੀਆਂ ਸੰਪਰਦਾਵਾਂ ਟਕਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿੱਕੀ ਜਿਹੀ ਗੱਲ ਤੋਂ ਬਦਨਾਮੀ ਕਰਨ ਲੱਗ ਪੈਂਦੇ। ਇਹ ਬਹੁਤ ਗਲਤ ਗੱਲਾਂ ਦੁਨੀਆ ਵਿੱਚ ਪ੍ਰਵਿਰਤ ਹੋਈਆਂ ਹਨ। ਹਿੰਦੂ ਮਤ ਬਾਰੇ ਕੋਈ ਨਹੀਂ ਬੋਲੇਗਾ, ਜਿਹੜਾ ਉਂਗਲ ਉਠਾਏਗਾ ਸਿੱਖ ਮਤ ਦੇ ਉੱਤੇ ਉਠਾਏਗਾ। ਤੇ ਉਠਾਉਣ ਵਾਲਾ ਕਿਹੜਾ ਹੋਊਗਾ? ਜਿਹਦੇ ਦਾੜੀ ਹੋਊਗੀ, ਸਿਰ ਤੇ ਪੱਗ ਹੋਊਗੀ, ਕੇਸਾ ਧਾਰੀ, ਔਰ ਅੰਮ੍ਰਿਤ ਵੀ ਛਕਿਆ ਹੋਊਗਾ। ਪਤਾ ਨਹੀਂ ਕਿਹੋ ਜਿਹੀ ਰਾਜਨੀਤੀ ਸੰਸਾਰ ਵਿੱਚ ਚੱਲ ਪਈ ਹੈ। ਤਰਕ ਤੋਂ ਬਗੈਰ ਗੱਲ ਹੀ ਕੋਈ ਨਹੀਂ, ਸ਼ਰਧਾ ਵਾਲਾ ਬਚਨ ਹੀ ਕੋਈ ਨਹੀਂ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਚੂੜਕਾਣੇ ਦੀ ਮੰਡੀ ਵਿੱਚੋਂ ਸੌਦਾ ਲਿਆ ਕੇ ਤੇ ਭੁੱਖੇ ਸਾਧੂਆਂ ਨੂੰ ਛਕਾ ਕੇ ਉਹਨਾਂ ਤੋਂ ਅਰਦਾਸ ਕਰਾਈ, ਉਹਨਾਂ ਦੀਆਂ ਖੁਸ਼ੀਆਂ ਲਈਆਂ। ਇਹ ਜਿਹੜਾ ਸ਼ਬਦ ਹੈ ਪੰਜਵੇਂ ਪਾਤਸ਼ਾਹ ਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤ ਰਵਾਲਾ। ਸੰਤ ਜ਼ਰੂਰੀ ਨਹੀਂ ਵੀ ਸਿੱਖਾਂ 'ਚ ਹੀ ਹੁੰਦੇ ਨੇ। ਬਾਬਾ ਫਰੀਦ ਮੁਸਲਮਾਨ ਉਹ ਵੀ ਸੰਤ ਹੀ ਸੀਗਾ, ਕਬੀਰ ਵੀ ਸੰਤ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਰਵਿਦਾਸ ਵੀ ਸੰਤ ਹੈ, ਨਾਮਦੇਵ ਵੀ ਸੰਤ। ਉਹਨਾਂ ਕਿਹੜਾ ਅੰਮ੍ਰਿਤ ਛਕਿਆ ਸੀਗਾ? ਜਾਂ ਸਿੰਘ ਨਾਮ ਦਾ ਤਾਂ ਕੋਈ ਹੈ ਹੀ ਨਹੀਂ। ਗੁਰੂਆਂ ਦੇ ਖੁਦ ਆਪ ਦੇ ਨਾਮ ਨਾਲ ਸਿੰਘ ਨਹੀਂ ਲੱਗਾ। ਜੇ ਆਪਾਂ ਕਹੀਏ ਵੀ ਆਪਾਂ ਬਹੁਤ ਵੱਡੇ ਸਿੰਘ ਹਾਂ ਜੀ, ਮਹਾਰਾਜ ਦੇ ਬੜੇ ਕੱਟੜ ਗੁਰਸਿੱਖ ਹਾਂ ਜੀ, ਇਹ ਨਵੀਆਂ ਗੱਲਾਂ ਸੰਸਾਰ ਵਿੱਚ ਚੱਲ ਪਈਆਂ ਨੇ। ਕੋਈ ਵੀ ਗੁਰਬਾਣੀ ਨੂੰ ਆਂਚ ਨਹੀਂ ਆ ਸਕਦੀ, ਕੋਈ ਸਾਡੇ ਇਤਿਹਾਸ ਨੂੰ ਨਹੀਂ ਵਿਗਾੜ ਸਕਦਾ ਜੇ ਖੁਦ ਆਪਾਂ ਸੰਭਲ ਕੇ ਰੱਖੀਏ। RSS ਕੀ ਕਰ ਦੇਊਗੀ? ਗੁਰਦੁਆਰੇ ਦੇ ਤਾਂ ਮੁਸਲਮਾਨ ਨਹੀਂ ਕੁਛ ਵਿਗਾੜ ਸਕੇ। ਜੇ ਆਪ ਦੇ ਆਪ 'ਚ ਬੰਦਾ ਸਹੀ ਹੋਏ, RSS ਕੀ ਕਰ ਦਊਗੀ? ਤੁਸੀਂ ਆਪ ਸਹੀ ਰਹੋ, ਅੰਮ੍ਰਿਤ ਛਕੋ, ਨਿਤਨੇਮੀ ਹੋਵੋ, ਮਹਾਰਾਜ ਦੀ ਮਰਜ਼ਾਦਾ 'ਚ ਰਹੋ। ਕੋਈ ਆਪਦੇ ਘਰ ਰਾਜੀ ਰਹੇ, ਕੋਈ ਚੰਗਾ ਕੋਈ ਮਾੜਾ, ਜੋ ਮਰਜ਼ੀ ਕੋਈ ਬੋਲੇ ਪਿਆ, ਤੁਹਾਨੂੰ ਕੀ ਲੈਣਾ ਦੇਣਾ ਹੈ? ਡਰ ਤਾਂ ਉਸ ਬੰਦੇ ਨੂੰ ਹੁੰਦਾ ਜਿਹੜਾ ਝੂਠ ਬੋਲਦਾ, ਚੋਰੀ ਕਰਦਾ ਹੈ, ਯਾਰੀ ਕਰਦਾ ਹੈ। ਮਹਾਰਾਜ ਦਾ ਪੰਥ, ਗੁਰੂ ਸਾਹਿਬ ਦੀ ਮਰਜ਼ਾਦਾ, ਸਤਿਗੁਰਾਂ ਦਾ ਇਤਿਹਾਸ, ਗੁਰੂ ਕੀ ਬਾਣੀ ਏਡੀ ਉੱਚੀ ਤੇ ਸੁੱਚੀ ਹੈ। ਮਹਾਰਾਜ ਨੇ ਬਕਾਇਦਾ 1430 ਅੰਗ ਦਰਜ ਕੀਤੇ ਨੇ। ਜੇ ਆਪਾਂ ਸਾਵਧਾਨ ਰਹਾਂਗੇ, ਕੋਈ ਕਿਵੇਂ ਵਿਗਾੜ ਪਾ ਸਕੇਗਾ? ਇਸ ਲਈ ਨਾ ਲੜੋ ਆਪਸ ਦੇ ਵਿੱਚ, ਮਿਲ ਕੇ ਰਹੋ। ਮਿਲਬੇ ਕੀ ਮਹਿਮਾ ਬਰ ਨਾ ਸਾਖੋ, ਨਾਨਕ ਪਰੈ ਪਰੀਲਾ। ਪਰ ਸੰਤ ਕਿਸੇ ਵੀ ਧਰਮ 'ਚ ਹੋ ਸਕਦਾ ਹੈ। ਕਲਗੀਧਰ ਨੇ ਲਿਖਿਆ, ਸੰਤ ਸਮੂਹ ਅਨੇਕ ਮਤੀ ਕੇ। ਅਨੇਕਾਂ ਹੀ ਮਤਾਂ ਦੇ ਵਿੱਚ ਅਨੇਕਾਂ ਮਤਾਂ ਦੇ ਸਾਧੂ ਸੰਤ ਹਨ। ਗੁਰਦੁਆਰਿਆਂ ਦੀ ਸੇਵਾ ਸੰਭਾਲ ਸ਼੍ਰੋਮਣੀ ਕਮੇਟੀ ਤਾਂ 1920 'ਚ ਬਣਾਈ ਹੈ ਗੋਰਿਆਂ ਨੇ। ਪਹਿਲਾਂ ਤਾਂ ਸਾਧੂ ਸੰਤ ਹੀ ਗੁਰਦੁਆਰਿਆਂ ਨੂੰ ਸਾਂਭਦੇ ਸੀਗੇ। ਤੇ ਜਿਹੜੇ ਅਸੀਂ ਬਹੁਤ ਜ਼ਿਆਦੀਆਂ ਸ਼ੇਖੀਆਂ ਕਰਦੇ ਹਾਂ ਵੀ ਆਪਾਂ ਬੜੇ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਸਿੰਘ। ਗੁਰੂ ਗੋਬਿੰਦ ਸਿੰਘ ਦੇ ਸਿੰਘ ਤਾਂ ਹੁਣ ਹੀ ਜਾਣ ਲੱਗੇ ਨੇ ਜਦੋਂ ਦੀ ਰੇਲ ਗੱਡੀ ਚੱਲੀ ਹੈ। ਹਜ਼ੂਰ ਸਾਹਿਬ ਦੀ ਸੇਵਾ ਕਿਹਨੇ ਕੀਤੀ ਦੱਸੋ? ਕੋਈ ਸਿੰਘ ਨਹੀਂ ਉੱਥੇ ਗਿਆ। ਹਾਂ, ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਗ ਸਿੰਘ ਨੇ ਸੇਵਾ ਕਰਵਾਈ, ਪਰ ਉੱਥੇ ਸਾਂਭਿਆ ਤਾਂ
ਮਹਾਰਾਜ ਦੇ ਸਥਾਨ ਨੂੰ ਸਾਧੂ ਸੰਤਾਂ ਨੇ। ਉਦਾਸੀ ਮਹਾਤਮਾ ਦੇ ਕੋਲ ਇਹ ਗੁਰਦੁਆਰਿਆਂ ਦਾ ਪ੍ਰਬੰਧ ਹੁੰਦਾ ਸੀ। ਅਨੰਦਪੁਰ ਸਾਹਿਬ 8 ਮਹੀਨੇ ਘੇਰਾ ਮੁਸਲਮਾਨਾਂ ਨੇ ਪਾਈ ਰੱਖਿਆ ਤੇ ਗੁਰੂ ਸਾਹਿਬ ਨੂੰ ਮਜਬੂਰੀ ਕਿਲਾ ਛੱਡਣਾ ਪਿਆ। ਤੁਸੀਂ ਦੱਸੋ ਵੀ ਉਦੋਂ ਸਿੰਘ ਕਿੱਥੇ ਸੀਗੇ? ਮਹਾਰਾਜ ਨੇ ਆਖਿਆ ਵੀ ਕੋਈ ਸਿੰਘ ਉੱਠੇ ਗੁਰੂ ਦਾ ਪਿਆਰ ਵਾਲਾ, ਜਿਹੜਾ ਇੱਥੇ ਗੁਰਦੁਆਰਾ ਸੀਸਗੰਜ ਰਹੇ ਥੜੇ ਸਾਹਿਬ ਦੀ ਸੇਵਾ ਵਾਸਤੇ। ਉਦੋਂ ਸਾਰੇ ਸਿੰਘ ਘੋੜਿਆਂ ਦੇ ਚੜ੍ਹ ਕੇ ਮਹਾਰਾਜ ਤੋਂ ਪਹਿਲਾਂ ਹੀ ਭੱਜ ਤੁਰੇ। ਮੈਨੂੰ ਮਾਫ ਕਰਨਾ, ਮਹਾਰਾਜ ਤਾਂ ਭਾਵੇਂ ਮਗਰੋਂ ਨਿਕਲੇ ਹੋਣਗੇ, ਉਹ ਪਹਿਲਾਂ ਹੀ ਤਿਆਰ ਸੀਗੇ। ਕੌਣ ਮਰੇ ਇੱਥੇ ਰਹਿ ਕੇ? 8 ਮਹੀਨੇ ਹੋ ਗਏ ਭੁੱਖੇ ਮਰਦਿਆਂ ਨੂੰ, ਜਿਹੜਾ ਰਹਿ ਗਿਆ ਮੁਸਲਮਾਨਾਂ ਫੜ ਕੇ ਮਾਰ ਦੇਣਾ। ਆਪਾਂ ਤਾਂ ਨਹੀਂ ਰਹਿਣਾ ਜੀ, ਸਤਿ ਸ੍ਰੀ ਅਕਾਲ, ਆਪਾਂ ਚੱਲੇ। ਕੋਈ ਭੱਜ ਕੇ ਘਰਾਂ ਨੂੰ ਅੰਮ੍ਰਿਤਸਰ ਆ ਗਿਆ, ਕੋਈ ਕਿਲਾ ਛੱਡ ਕੇ ਤੁਰ ਗਿਆ। ਮਹਾਰਾਜ ਤਾਂ ਸਭ ਤੋਂ ਪਿੱਛੋਂ ਨਿਕਲੇ ਸਨ। ਆਖਿਆ ਵੀ ਕੋਈ ਵੀ ਨਹੀਂ ਰਹਿਣ ਨੂੰ ਤਿਆਰ। ਹੈਰਾਨੀ ਦੀ ਗੱਲ ਹੈ। ਸਾਡੇ ਪਿਤਾ ਸਤਿਗੁਰੂ ਜੀ ਨੇ ਹਿੰਦੂ ਧਰਮ ਦੇ ਬਚਾਵ ਖਾਤਰ, ਹਿੰਦੁਸਤਾਨ ਦੀ ਆਨ ਤੇ ਸ਼ਾਨ ਖਾਤਰ ਆਪਦਾ ਸੀਸ ਭੇਟਾ ਕੀਤਾ। ਉਹਨਾਂ ਦੇ ਸੀਸ ਸਥਾਨ ਦੀ ਕੋਈ ਸੇਵਾ ਕਰਨ ਨੂੰ ਤਿਆਰ ਨਹੀਂ। ਕਹਿੰਦੇ ਮਹਾਰਾਜ ਕੀ ਕਰੀਏ, ਮਰਨਾ ਥੋੜ੍ਹਾ, ਨਾ ਰੋਟੀ ਨਾ ਪਾਣੀ, ਭੁੱਖੇ ਮਰਾਂਗੇ। ਜੇ ਜਿਉਂਦੇ ਰਹਿ ਗਏ ਮੁਸਲਮਾਨਾਂ ਮਾਰ ਕਤਨਾ, ਆਪਾਂ ਨੂੰ ਇਹ ਸੇਵਾ ਪ੍ਰਵਾਨ ਨਹੀਂ। ਉਦੋਂ ਕਿਹੜਾ ਉੱਠਿਆ ਸੀ ਤੁਸੀਂ ਦੱਸੋ? ਉਦਾਸੀ ਸਾਧੂ। ਕੀ ਉਹ RSS ਸੀਗਾ? ਉਹਦਾ ਨਾਮ ਸੀ ਭਾਈ ਗੁਰਬਖਸ਼ ਸਾਧ, ਭਗਵੇਂ ਕੱਪੜਿਆਂ ਵਾਲਾ। ਕਹਿੰਦਾ ਮਹਾਰਾਜ ਆਪ ਦਾ ਹੁਕਮ ਹੋਵੇ, ਆਪ ਦੀ ਕਿਰਪਾ ਹੋਵੇ, ਆਪ ਦੇ ਬਖਸ਼ੇ ਬਲ ਦੁਆਰਾ ਮੈਂ ਸੇਵਾ ਨਿਭਾ ਸਕਦਾ। ਮਰ ਕਹਿੰਦੇ ਸ਼ਾਬਾਸ਼ ਭਾਈ ਮਹਾਤਮਾ ਜੀ, ਤੁਸੀਂ ਗੁਰੂ ਘਰ ਦੀ ਰੱਖ ਵਿਖਾਈ ਹੈ, ਇੱਥੇ ਰਹੋ। ਕਹਿੰਦੇ ਮਹਾਰਾਜ ਰਹਾਂਗਾ ਤਾਂ ਸਹੀ, ਸੇਵਾ ਵੀ ਕਰਾਂਗਾ ਜਿੰਨੀ ਹੋ ਸਕੇ, ਤੇ ਪਰ ਪੈਸਾ ਕੋਈ ਨਹੀਂ, ਕੋਈ ਆਟਾ ਦਾਲ, ਕੋਈ ਮੈਂ ਭੁੱਖਾ ਨਾ ਕਿਤੇ ਚੜਾਈ ਕਰ ਜਾਵਾਂ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ। ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਈ। ਨਹੀਂ ਯਕੀਨ ਤਾਂ ਅਰਦਾਸ ਕਰਕੇ ਵੇਖ ਲਿਓ। ਬਾਲਟੀ ਭਰ ਕੇ ਕੜਾਹ ਪ੍ਰਸ਼ਾਦ ਦੀ ਘਰੋਂ ਲੈ ਕੇ ਜਾਇਓ ਤਿਆਰ ਕਰਕੇ, ਤੇ ਆਨੰਦ ਸਾਹਿਬ ਦੇ 3 ਪਾਠ ਕਰਕੇ ਮਹਾਰਾਜ ਨੂੰ ਆਖਿਓ ਵੀ ਸੱਚੇ ਪਾਤਸ਼ਾਹ ਸਾਡੇ ਕੋਲ ਪੈਸਾ ਨਹੀਂ, ਸਾਨੂੰ ਪੈਸੇ ਦੇ। ਰਿਧੀਆਂ ਸਿੱਧੀਆਂ ਜੇ ਨਾ ਘਰ ਭਰਿਆ ਆਉਂਦਿਆਂ ਨੂੰ ਤੇ ਮੈਨੂੰ ਆ ਕੇ ਫੜ ਲਿਓ। ਇਹ ਗੱਲਾਂ ਕੇਵਲ ਕਈਆਂ ਨਹੀਂ, ਮਹਾਰਾਜ ਦੀ ਕਲਾ ਅਜੇ ਵੀ ਵਰਤਦੀ ਹੈ। ਉੱਥੇ ਚਾਂਦਨੀ ਚੌਂਕ ਵਿੱਚ ਵੇਖੋ ਕਿੰਨੀ ਚੜ੍ਹਦੀ ਕਲਾ ਹੈ। ਦਿਨ ਰਾਤ ਸਾਧ ਸੰਗਤ ਉੱਥੇ ਜੋੜ ਮੇਲਾ ਕਰਦੀ ਹੈ। ਨਾ ਰਾਤ ਨਾ ਦਿਨੇ ਕਦੀ ਗੁਰੂ ਘਰ ਬੰਦ ਨਹੀਂ ਹੁੰਦਾ। ਸੰਗਤਾਂ ਦੀ ਆਵਾਜਾਈ, ਚੜ੍ਹਦੀ ਕਲਾ। ਜਗ੍ਹਾ ਛੋਟੀ ਜੀ ਹੈ, ਨਿੱਕੀ ਜੀ ਖੂਹੀ ਹੈ, ਇੱਕ ਬੋਹੜ ਦਾ ਦਰਖਤ ਜਿੱਥੇ ਮਹਾਰਾਜ ਨੇ ਸੀਸ ਭੇਟਾ ਕੀਤਾ, ਤੇ ਸਰਕਾਰੀ ਜ਼ਮੀਨ ਕੋਤਵਾਲੀ ਦੀ ਜਗ੍ਹਾ ਹੈ। ਵੇਖੋ ਗੁਰੂ ਸਾਹਿਬ ਦੀ ਕਿਰਪਾ, ਮਹਾਰਾਜ ਦਾ ਸਥਾਨ ਬਣਿਆ ਹੈ ਤੇ ਸਭ ਦੁਨੀਆ ਦੇ ਵਿੱਚ ਪ੍ਰਸਿੱਧ ਹੈ। ਇਸ ਤਰ੍ਹਾਂ ਅਨੰਦਪੁਰ ਸਾਹਿਬ ਜਿੱਥੇ ਸੀਸ ਦਾ ਸੰਸਕਾਰ ਹੋਇਆ, ਉੱਥੇ ਗੁਰੂ ਸਾਹਿਬ ਪ੍ਰਗਟ ਜ਼ਾਹਰਾ ਸਰੂਪ ਹਨ ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ। ਕਹਿੰਦੇ ਭਾਈ ਗੁਰਬਖਸ਼ ਜੀ, ਜਿਨ੍ਹਾਂ ਦੇ ਸਿਮਰਨ ਤੋਂ ਰਿਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਸਭ ਸੰਸਾਰ ਨੂੰ ਦੇਣ ਵਾਲੇ ਨੇ। ਜੇ ਤੂੰ ਉਹਨਾਂ ਦੇ ਸਥਾਨ ਦੀ ਸੇਵਾ ਕਰੇਗਾ, ਭੁੱਖਾ ਕਿਉਂ ਮਰੇਗਾ? ਤੇਰੇ ਉੱਤੋਂ ਤਾਂ ਅਨੇਕਾਂ ਬਰੋਸ ਆਉਣਗੇ। ਤੂੰ ਮਹਾਰਾਜ ਦੇ ਥੜੇ ਤੇ ਝਾੜੂ ਦਿਆ ਕਰੀਂ, ਤੂੰ ਵੀ ਇੱਥੇ ਤੇ ਮੈਂ ਵੀ ਇੱਥੇ। ਤੈਨੂੰ ਅੰਮ੍ਰਿਤ ਵੇਲੇ ਵੀ ਇੱਕ ਸੋਨੇ ਦੀ ਮੋਹਰ ਲੱਭਿਆ ਕਰੇਗੀ, ਤੇ ਸ਼ਾਮਾਂ ਨੂੰ ਵੀ ਜਦ ਤੂੰ ਸੇਵਾ ਕਰਿਆ ਕਰੇਗਾ, ਇੱਕ ਸੋਨੇ ਦੀ ਮੋਹਰ ਤੈਨੂੰ ਪ੍ਰਾਪਤ ਹੋਇਆ ਕਰੇਗੀ। ਇਉਂ ਸਾਧ ਸੰਗਤ ਜੀ ਗੁਰਬਖਸ਼ ਸਾਧ ਸੇਵਾ ਕਰਦਾ ਰਿਹਾ। ਮਹਾਰਾਜ ਦੇ ਥੜੇ ਦੇ ਜਦ ਉਹਨੇ ਝਾੜੂ ਦੇਣਾ, ਤੇ ਅੰਮ੍ਰਿਤ ਵੇਲੇ ਵੀ ਸੋਨੇ ਦੀ ਮੋਹਰ ਉਹਨੂੰ ਮਿਲਣੀ, ਜਿਹਦਾ ਉਹਨੇ ਪ੍ਰਸ਼ਾਦ ਪਾਣੀ। ਸੋ ਗੁਰੂ ਸਾਹਿਬ ਨੂੰ ਵੀ ਭੇਟਾ ਕਰਨਾ, ਆਪ ਦਾ ਵੀ ਗੁਜ਼ਾਰਾ, ਆਏ ਗਏ ਦੀ ਵੀ ਸੇਵਾ, ਤੇ ਸ਼ਾਮਾਂ ਨੂੰ ਵੀ। ਗੁਰੂ ਘਰ ਦੇ ਹੰਕਾਰੀ ਸੋਢੀ ਜਿਹੜੇ ਮਹਾਰਾਜ ਦੇ ਹਾਣੀ ਸਨ ਕੀਰਤਪੁਰ ਸਾਹਿਬ ਤੋਂ, ਸੋ ਗੁਰੂ ਸਾਹਿਬ ਜੀ ਦੇ ਤਾਏ ਦੇ ਪੁੱਤ ਭਰਾ
ਇਹ ਗੁਲਾਬ ਰਾਏ ਤੇ ਸ਼ਿਆਮ ਦਾਸ ਹੈ ਉਹਨਾਂ ਦਾ ਨਾਮ ਸੀਗਾ। ਇਹ ਆ ਕੇ ਕਹਿਣ ਲੱਗੇ, ਚੱਲੋ ਸਾਦਾ, ਤੂੰ RSS ਤੂੰ ਕਿੱਥੇ ਤੁਰਿਆ ਫਿਰਦਾ? ਇਹ ਗੁਰਦੁਆਰਾ ਹੈ, ਸਾਡੀ ਜਗ੍ਹਾ ਹੈ, ਅਸੀਂ ਪ੍ਰਬੰਧਕ ਹਾਂ, ਇੱਥੋਂ ਚੱਲਦਾ ਲੱਗ। ਉਹ ਸਾਧ ਸੰਗਤ ਜੀਓ ਉੱਥੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਸਿੰਘਾਸਨ ਲਾ ਕੇ ਗੱਦੀ ਲਾ ਕੇ ਬੈਠਣ ਲੱਗ ਪਏ, ਸੰਗਤਾਂ ਕੋਲੋਂ ਪੂਜਾ ਕਰਾਉਣ ਲੱਗ ਪਏ। ਉਹ ਵਿਚਾਰਾ ਬੜਾ ਦੁਖੀ ਹੋਇਆ। ਜਦ ਉਹਨੂੰ ਭਜਾ ਦਿੱਤਾ, ਉਹਨੇ ਸ਼ਰਾਪ ਦੇ ਦਿੱਤਾ ਕਿ ਜਾਓ, ਤੁਹਾਨੂੰ ਇਹ ਹੰਕਾਰ ਹੈ ਕਿ ਆਪਾਂ ਗੁਰਦੁਆਰੇ ਦੇ ਬੰਦੇ ਹਾਂ, ਸੋਢੀਆਂ ਦੀ ਕੁਲ 'ਚ ਪੈਦਾ ਹੋਏ ਹਾਂ, ਪਰ ਤੁਸੀਂ ਮਹਾਰਾਜ ਦੇ ਸਥਾਨ ਦੀ ਬੇਅਦਬੀ ਕਰ ਰਹੇ ਹੋ। ਗੁਰੂ ਗੋਬਿੰਦ ਸਿੰਘ ਜੀ ਜਦੋਂ ਦੇ ਗਏ ਨੇ, ਉਹਨਾਂ ਤੋਂ ਬਾਅਦ ਉਹੀ ਹੋਏ ਨੇ ਜਿਹੜੇ ਗੱਦੀ ਲਾ ਕੇ ਬੈਠਦੇ। ਉਹਨਾਂ ਵਰਗਾ ਕੋਈ ਦੁਨੀਆ 'ਚ ਨਾ ਤਾਂ ਹੋਇਆ ਨਾ ਹੋਏਗਾ। ਉਹਨਾਂ ਦੀ ਬਰਾਬਰੀ ਕਰਨੀ ਬਹੁਤ ਮਾੜੀ ਗੱਲ ਹੈ। ਤੁਸਾਂ ਨੇ ਮਹਾਰਾਜ ਦੀ ਮਰਿਆਦਾ 'ਚ ਫਰਕ ਪਾਇਆ, ਗੁਰੂ ਸਾਹਿਬ ਦੇ ਸਤਿਕਾਰ ਨੂੰ ਭੰਗ ਕੀਤਾ, ਮਹਾਰਾਜ ਦੇ ਸਥਾਨ ਦੀ ਬੇਅਦਬੀ ਕੀਤੀ ਹੈ। ਜਾਓ ਤੁਸੀਂ ਜਵਾਨੀ ਨਾ ਮਾਣਿਓ। ਉਹਨਾਂ ਨੂੰ ਫੜ ਕੇ ਮੁਸਲਮਾਨਾਂ ਨੇ ਝਟਕਾ ਸੁੱਟਿਆ ਸੀਗਾ, ਸਾਧ ਦੇ ਸ਼ਰਾਬ ਨਾਲੋਂ ਮਾਰੇ ਗਏ। ਤੋ ਇਸ ਵਾਸਤੇ ਜਿਹੜੇ ਵੀ ਗੁਰੂ ਘਰ ਦੀ ਗੱਲ ਤੁਸੀਂ ਮਰਜ਼ੀ ਲੈ ਲਓ, ਸਭਨਾਂ 'ਚ ਉਦਾਸੀ ਸੰਪਰਦਾ ਦੇ ਸਾਧੂ। ਸੱਚਖੰਡ ਹਜ਼ੂਰ ਸਾਹਿਬ ਅਜੇ ਵੀ ਸੰਗਤਾਂ ਜਾਂਦੀਆਂ ਨੇ, ਆਮ ਤੌਰ 'ਤੇ ਸਵਾਲ ਕਰਦੀਆਂ ਵੀ ਉੱਥੋਂ ਦੀ ਮਰਿਆਦਾ 'ਚ ਅਤੇ ਇੱਥੋਂ ਪੰਜਾਬ ਦੀ ਮਰਿਆਦਾ 'ਚ ਬੜਾ ਵੱਡਾ ਅੰਤਰ ਹੈ। ਉਹ ਇਹੀ ਕਾਰਨ ਹੈ ਕਿ ਪੁਰਾਤਨ ਸਾਧੂਆਂ ਤੋਂ ਜਿਵੇਂ ਉਹ ਮਰਿਆਦਾ ਚੱਲੀ ਆਉਂਦੀ ਹੈ, ਉਸ ਤਰ੍ਹਾਂ ਉੱਥੇ ਸਿੰਘ ਸਾਹਿਬ ਸ਼ਸਤਰਾਂ ਦੀ ਸੇਵਾ ਨਿਭਾਉਂਦੇ ਨੇ, ਪਰ ਜਿੰਨੀ ਸ਼ਰਧਾ ਜਿੰਨਾ ਪਿਆਰ ਉਹਨਾਂ ਦੇ ਮਨ ਵਿੱਚ ਹੈ, ਸਾਡੇ ਮਨ ਵਿੱਚ ਨਹੀਂ ਹੈ। ਕਿਤੇ ਤੁਸੀਂ ਦੇਖ ਲਿਓ, ਉਹਨਾਂ ਨੂੰ ਇੰਨਾ ਚਾਅ ਹੈ ਕਿ ਗੁਰੂ ਗੋਬਿੰਦ ਸਿੰਘ ਸ਼ਾਇਦ ਸਾਡਾ ਹੀ ਹੈ। ਉਹ ਮਹਾਰਾਜ ਨੂੰ ਆਪਣਾ ਸਮਝ ਕੇ ਸੇਵਾ ਨਿਭਾਉਂਦੇ ਹਨ ਅਤੇ ਚਾਅ ਦੇ ਨਾਲ ਭੱਜੇ ਫਿਰਦੇ ਨੇ, ਪੂਰੇ ਤਿਆਰ ਪਰ ਤਿਆਰ। ਸਾਡੇ 'ਚ ਉਨੀ ਸ਼ਰਧਾ ਪਿਆਰ ਨਹੀਂ ਹੈ। ਤੇ ਇਸ ਵਾਸਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤ ਰਵਾਲਾ। ਮਹਾਰਾਜ ਕਹਿੰਦੇ ਸੰਤਾਂ ਦੇ ਚਰਨਾਂ ਦੀ ਧੂੜੀ ਮੰਗੋ, ਸੰਤਾਂ ਦੀ ਨਿੰਦਿਆ ਨਾ ਕਰੋ। ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸਕਾ ਪਤਨ ਹੋਏ। ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਚੱਲਿਆ, ਰਾਤ 8-9 ਵਜੇ ਤੋਂ ਬਾਅਦ ਦੀ ਗੱਲ ਹੋਏਗੀ, ਭੋਗ ਪੈ ਗਿਆ, ਦਰਬਾਰ ਸਾਹਿਬ ਸਮਾਪਤੀ ਹੋ ਗਈ, ਲੰਗਰ ਵੀ ਬੰਦ ਹੋ ਗਿਆ। 8-9 ਵਜੇ ਸੁਨੇਹਾ ਆਇਆ ਕਿ ਕਾਬਲ ਤੋਂ ਸੰਗਤਾਂ ਆਈਆਂ ਨੇ, ਤੇ ਜਿੱਥੇ ਪੁਤਲੀ ਘਰ ਚੌਂਕ ਗੁਰਦੁਆਰਾ ਪਿਪਲੀ ਸਾਹਿਬ ਹੈ, ਉਸ ਸਥਾਨ ਤੇ ਸੰਗਤਾਂ ਨੇ ਉਤਾਰਾ ਕੀਤਾ ਹੈ। ਆਵਾਜਾਈ ਕਾਰਨ ਕੱਪੜੇ ਬਸਤਰ ਸਰੀਰ ਆਦਿਕ ਮਿੱਟੀ ਕੱਟੇ ਨਾਲ ਭਰਿਆ ਹੋਣ ਕਰਕੇ ਸੰਗਤਾਂ ਥਕਾਵਟ ਮਹਿਸੂਸ ਕਰਦੀਆਂ। ਸੋਚਿਆ ਮਨਾ ਬਏ ਤਬਏ ਲਿਬੜੇ ਤਿਬੜੇ ਗੁਰਦੁਆਰੇ ਕੀ ਜਾਣਾ, ਨਾਲੇ ਹੁਣ ਸਮਾਪਤੀ ਹੋ ਗਈ ਹੋਊਗੀ, ਆਪਾਂ ਇੱਥੇ ਹੀ ਸ਼ਹਿਰ ਤੋਂ ਬਾਰ-ਬਾਰ ਆਸਣ ਲਾ ਕੇ ਆਰਾਮ ਕਰ ਲੈਂਦੇ ਹਾਂ, ਤੇ ਸਵੇਰੇ ਅੰਮ੍ਰਿਤ ਵੇਲੇ ਜਾਵਾਂਗੇ, ਨਾਲੇ ਨਹਾ ਧੋ ਕੇ ਸੋਹਣੇ ਬੜੇ ਕੱਪੜੇ ਪਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ। ਇਉਂ ਸੰਗਤਾਂ ਨੇ ਸੋਚ ਕੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਹੀ ਆਪ ਦੇ ਆਸਣ ਲਾ ਲਏ। ਸਤਿਗੁਰੂ ਜੀ ਨੂੰ ਖਬਰ ਆਈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਦੀਆਂ ਪਿਆਰ ਵਾਲੀਆਂ ਸੰਗਤਾਂ ਪਿਪਲੀ ਸਾਹਿਬ ਵਾਲੇ ਸਥਾਨ ਦੇ ਕਾਬਲ ਤੋਂ ਚੱਲ ਕੇ ਆਈਆਂ ਹਨ। ਮਹਾਰਾਜ ਨੇ ਘਰਦਿਆਂ ਨਾਲ ਸਲਾਹ ਕੀਤੀ, ਆਖਿਆ ਗੰਗਾ ਜੀ ਗੱਲ ਇੰਝ ਹੈ, ਸਾਡੀ ਸੇਵਾ ਤੇ ਸੰਗਤਾਂ ਡੇਲੀ ਕਰਦੀਆਂ ਹਨ, ਸਾਨੂੰ ਮੱਥਾ ਟੇਕਦੀਆਂ ਨੇ, ਪੂਜਾ ਭੇਟਾ ਦਿੰਦੀਆਂ ਨੇ, ਸਾਥੋਂ ਸੇਵਾ ਨਹੀਂ ਹੋ ਪਾਉਂਦੀ ਹੈ। ਸੰਗਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ। ਪਤਾ ਚੱਲਿਆ ਹੈ ਕਿ ਪਿਪਲੀ ਸਾਹਿਬ ਵਾਲੇ ਸਥਾਨ ਦੇ ਮਹਾਰਾਜ ਦੇ ਪਿਆਰ ਦੀਆਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਧਾ ਵਾਲੀਆਂ ਸੰਗਤਾਂ ਉੱਥੇ ਆਈਆਂ ਨੇ, ਥੱਕੀਆਂ ਹੋਣਗੀਆਂ, ਨਾਲੇ ਭੁੱਖੀਆਂ ਹੋਣਗੀਆਂ, ਤੇ ਆਪਾਂ ਉਹਨਾਂ ਦੀ ਸੇਵਾ ਕਰੀਏ। ਕਹਿੰਦੇ ਜਿਵੇਂ ਆਪ ਦਾ ਹੁਕਮ। ਉਹਨਾਂ ਨੂੰ ਭੁੱਖ ਲੱਗੀ ਹੋਏਗੀ, ਜੇ ਤਾਂ ਲੰਗਰ ਤਿਆਰ ਕੀਤਾ ਤਾਂ ਚਿਰ ਲੱਗ ਜਾਊਗਾ, ਦਾਲ ਕਦੋਂ ਬਣੂਗੀ,
अजकल तो कुकर ने झाटी सीढ़ियाँ सूढ़ियाँ मरा के भाफ नाल झाटी बन जाती। वो पुराना टाइम सीगा, वो माइयां ने भड़ोली च 12 बजे रखनी तो शाम के 5 बजे मिलनी। आउंदे जांदे झाती मारते रहना कि कदों बनूगी तो कदों रोटी खावांगे। 5 घंटियां दे विच आ साग रखना सारी सारी दिहाड़ी लग जानी। अजकल दे सिस्टम हाई फाई ने, मिनटों मिनटे। तो महाराज ने आख्या भी जे रोटियां पकाइयां तो सब्जी रिन्नी तो उन्ने च संगतां सौ जाणगियां, चिर लग जाऊगा। तो आपां इउं करिए, करनी अपने हथीं सेवा है, किसी नूं खबर नहीं देनी, किसी होर दा सहयोग नहीं लेना। आपां दोवां ने सेवा करनी है। आप इंज करिए कि कड़ा प्रसाद तैयार करिए, जल्दी बन जाएगा, नाले भारा होने करके थोड़े तो ही प्रसन्नता आ जाती है, थकावट भी दूर हो जाती।